ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਈ ਅਕਥ। ਨਾਨਕ ਪ੍ਰਭ ਸ਼ਰਨਾਗਤੀ, ਰਖਣ ਕੋ ਸਮਰੱਥ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ। ਜਿਉ ਪਿੰਡ ਹੈ ਤਿਸ ਦਾ, ਸਭ ਕਿਛ ਹੈ ਤੇਰਾ। ਮਾਨ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ। ਮਾਨ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ। ਬਿਨ ਸੱਚ ਅਨਟੇਕ ਹੈ, ਸੋ ਜਾਣੋ ਕਾਚਾ। ਸਰਨ ਪਰਿਓ ਦਰਬਾਰੇ ਸੁਆਮੀ, ਸਰਨ ਪਰਿਓ ਦਰਬਾਰੇ। ਸਰਨ ਪਰਿਓ ਦਰਬਾਰੇ ਸੁਆਮੀ, ਸਰਨ ਪਰਿਓ ਦਰਬਾਰੇ। ਦਰਬਾਰੇ ਦਰਬਾਰੇ ਸੁਆਮੀ, ਸਰਨ ਪਰਿਓ ਦਰਬਾਰੇ।
शरण पर्यो दरबारे। कोट पराग खंडन के दाते, तुझ बिन कौन उदारे। खोजत खोजत बहु प्रकारे, सर्व अर्थ विचारे। साधु संग परम गत पाइयै, माया रत बंध हारे। चरण कमल संग प्रीत मन लागी, चरण कमल संग प्रीत मन लागी। सुरजन मिले प्यारे, नानक आनंद करे हर जप जप। सगले रोग निवारे, सारे दर दुनिया दे छड़ के मैं तेरे दर आया।
ਫਿਰ ਪੁੱਛਾਵੇ ਆਇਆ ਭਰਿਆ ਨਾਨਕ ਕੀ ਹਰ ਬੇਨਤੀ ਆਪਣੀ ਜੁਗੋ ਜੁਗ ਅਟਲ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਚਾਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਰਬੱਤ ਦੁਨੀਆ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗਾ ਸਮਾਂ ਆਪਾਂ ਸਾਰਿਆਂ ਨੂੰ ਸਤ ਸੰਗਤ ਦਾ ਦੀਵਾਨਾ ਦਾ ਪ੍ਰਾਪਤ ਹੋ ਰਿਹਾ ਹੈ। ਉੱਤਮ ਭਾਗ ਨੇ ਜਿਹੜੇ ਦੂਰ ਦਰੇਡੇ ਤੋਂ ਚੱਲ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਪ ਜੀ ਆਨੰਦ ਮਾਣ ਰਹੇ ਹੋ। ਸਤ ਸੰਗਤ ਗੁਰੂ ਨਾਨਕ ਮਹਾਰਾਜ ਦੀ ਚਾਟਸਾਲ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸਕੂਲ ਹੈ, ਜਿੱਥੇ ਸਾਧ ਸੰਗਤ ਸਾਨੂੰ ਸੋਝੀ ਆਉਂਦੀ ਹੈ। ਜਿਸ ਤਰ੍ਹਾਂ ਦੁਨਿਆਵੀ ਵਿਦਿਆ ਵਾਸਤੇ, ਦੁਨਿਆਵੀ ਪੜ੍ਹਾਈ ਵਾਸਤੇ ਆਪਾਂ ਸਕੂਲਾਂ ਦੇ ਵਿੱਚ ਜਾਂਦੇ ਆ, ਇਸੇ ਤਰ੍ਹਾਂ ਜਿਹੜੀ ਰੂਹਾਨੀਅਤ ਦੀ ਦਾਤ ਹੈ, ਰੂਹਾਨੀਅਤ ਦੀ ਵਿਦਿਆ ਹੈ, ਆਤਮਿਕ ਗਿਆਨ ਹੈ, ਇਹ ਸਤ ਸੰਗਤ ਦੇ ਵਿੱਚ ਆ ਕੇ ਮਿਲਦਾ ਹੈ। ਜਿਹਨੂੰ ਸਤ ਸੰਗਤ ਦੇ ਵਿੱਚੋਂ ਸੱਚਾ ਗਿਆਨ ਮਿਲ ਜਾਂਦਾ ਹੈ, ਉਹ ਕਿਸੇ ਤਰ੍ਹਾਂ ਦੇ ਲਾਲਚ ਵਿੱਚ, ਕਿਸੇ ਤਰ੍ਹਾਂ ਦੇ ਡਰ ਵਿੱਚ, ਕਿਸੇ ਤਰ੍ਹਾਂ ਦੇ ਪਖੰਡ ਵਿੱਚ ਕਦੇ ਨਹੀਂ ਆਇਆ ਕਰਦਾ। ਸਾਧ ਸੰਗਤ ਰੂਹਾਨੀਅਤ ਦੀ ਸੋਝੀ ਤੋਂ ਬਿਨਾਂ ਇਨਸਾਨ ਗੁਰਬਾਣੀ ਪਸ਼ੂ ਦੇ ਬਰਾਬਰ ਮੰਨਦੀ ਹੈ। ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੈ ਪਸ਼ਟ ਹੋਰ, ਨਾਨਕ ਗੁਰਮੁਖ ਸੋ ਬੁਝੈ ਜਾਂ ਕੈ ਭਾਗ ਮਥੋਰ। ਕਹਿੰਦੇ ਭਾਵੇਂ ਖਲੜਾ, ਭਾਵੇਂ ਸਰੀਰ ਇਨਸਾਨਾਂ ਵਾਲਾ ਹੈ, ਪਰ ਜੇਕਰ ਉਹਨੂੰ ਸੋਝੀ ਇਨਸਾਨਾਂ ਵਾਲੀ ਨਹੀਂ
ਤਾਂ ਗੁਰਬਾਣੀ ਪਸ਼ੂਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਸਾਧ ਸੰਗਤ ਕੋਈ ਬਹੁਤਾ ਅੰਤਰ ਨਹੀਂ ਕਰਦੀ। ਬਾਣੀ ਕਹਿੰਦੀ ਹੈ ਪੇਟ ਭਰਿਓ ਪਸ਼ੂਆ ਜੈਸੇ ਸੋਇਓ, ਮਾਨੁਖ ਜਨਮ ਹੈ ਹਾਰਿਓ। ਖਾਧਾ ਪੀਤਾ ਕਮਾਇਆ ਪੇਟ ਭਰਿਆ ਸੌਂ ਗਏ, ਦਿਨ ਧੰਦੇ ਧੰਦਾਰਾਂ ਦੇ ਵਿੱਚ ਆਇਆ ਤੇਰੇ ਘਰ ਦੀ ਆਇਆ ਵਾਹਿਗੁਰੂ। ਜੁਗੋ ਜੁਗ ਅਟਲ ਸਤਿਗੁਰੂ ਤਖਤ ਚਾਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਰਬੱਤ ਦੁਨੀਆ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗਾ ਸਮਾਂ ਆਪਾਂ ਸਾਰਿਆਂ ਨੂੰ ਸਤ ਸੰਗਤ ਦਾ ਦੀਵਾਨਾਂ ਦਾ ਪ੍ਰਾਪਤ ਹੋ ਰਿਹਾ ਹੈ। ਉੱਤਮ ਭਾਗ ਨੇ ਜਿਹੜੇ ਦੂਰ ਦਰੇਡੇ ਤੋਂ ਚੱਲ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਪ ਜੀ ਆਨੰਦ ਮਾਣ ਰਹੇ ਹੋ। ਸਤ ਸੰਗਤ ਗੁਰੂ ਨਾਨਕ ਮਹਾਰਾਜ ਦੀ ਚਾਟਸਾਲ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸਕੂਲ ਹੈ।
ਜਿੱਥੇ ਸਾਧ ਸੰਗਤ ਸਾਨੂੰ ਸੋਝੀ ਆਉਂਦੀ ਹੈ। ਜਿਸ ਤਰ੍ਹਾਂ ਦੁਨਿਆਵੀ ਵਿੱਦਿਆ ਵਾਸਤੇ, ਦੁਨਿਆਵੀ ਪੜ੍ਹਾਈ ਵਾਸਤੇ ਆਪਾਂ ਸਕੂਲਾਂ ਦੇ ਵਿੱਚ ਜਾਂਦੇ ਆ, ਇਸੇ ਤਰ੍ਹਾਂ ਜਿਹੜੀ ਰੂਹਾਨੀਅਤ ਦੀ ਦਾਤ ਹੈ, ਰੂਹਾਨੀਅਤ ਦੀ ਵਿੱਦਿਆ ਹੈ, ਆਤਮਿਕ ਗਿਆਨ ਹੈ, ਇਹ ਸਤ ਸੰਗਤ ਦੇ ਵਿੱਚ ਆ ਕੇ ਮਿਲਦਾ ਹੈ। ਜਿਹਨੂੰ ਸਤ ਸੰਗਤ ਦੇ ਵਿੱਚੋਂ ਸੱਚਾ ਗਿਆਨ ਮਿਲ ਜਾਂਦਾ ਹੈ, ਉਹ ਕਿਸੇ ਤਰ੍ਹਾਂ ਦੇ ਲਾਲਚ ਵਿੱਚ, ਕਿਸੇ ਤਰ੍ਹਾਂ ਦੇ ਡਰ ਵਿੱਚ, ਕਿਸੇ ਤਰ੍ਹਾਂ ਦੇ ਪਖੰਡ ਵਿੱਚ ਕਦੇ ਨਹੀਂ ਆਇਆ ਕਰਦਾ। ਸਾਧ ਸੰਗਤ ਰੂਹਾਨੀਅਤ ਦੀ ਸੋਝੀ ਤੋਂ ਬਿਨਾਂ ਇਨਸਾਨ ਗੁਰਬਾਣੀ ਪਸ਼ੂ ਦੇ ਬਰਾਬਰ ਮੰਨਦੀ ਹੈ। ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੈ ਪਸ਼ਟ ਹੋਰ, ਨਾਨਕ ਗੁਰਮੁਖ ਸੋ ਬੁਝੈ ਜਾਂ ਕੈ ਭਾਗ ਮਥੋਰ। ਕਹਿੰਦੇ ਭਾਵੇਂ ਖਲੜਾ, ਭਾਵੇਂ ਸਰੀਰ ਇਨਸਾਨਾਂ ਵਾਲਾ ਹੈ, ਪਰ ਜੇਕਰ ਉਹਨੂੰ ਸੋਝੀ ਇਨਸਾਨਾਂ ਵਾਲੀ ਨਹੀਂ ਤਾਂ ਗੁਰਬਾਣੀ ਪਸ਼ੂਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਸਾਧ ਸੰਗਤ ਕੋਈ ਬਹੁਤਾ ਅੰਤਰ ਨਹੀਂ ਕਰਦੀ। ਬਾਣੀ ਕਹਿੰਦੀ ਹੈ ਪੇਟ ਭਰਿਓ ਪਸ਼ੂਆ ਜੈਸੇ ਸੋਇਓ, ਮਾਨਖ ਜਨਮ ਹੈ ਹਾਰਿਓ। ਖਾਧਾ ਪੀਤਾ ਕਮਾਇਆ, ਪੇਟ ਭਰਿਆ, ਸੌਂ ਗਏ, ਦਿਨ ਧੰਦੇ ਧੰਦਾਰਾਂ ਦੇ ਵਿੱਚ ਲੰਘ ਗਿਆ, ਰਾਤ ਸੌਂ ਕੇ ਤੇ ਵਿਕਾਰਾਂ ਦੇ ਵਿੱਚ ਲੰਘ ਗਈ। ਪੇਟ ਭਰਿਓ ਪਸ਼ੂਆ ਜੈਸੇ ਸੋਇਓ, ਮਾਨਖ ਜਨਮ ਹੈ ਹਾਰਿਓ। ਉਹ ਕਹਿੰਦੇ ਪਸ਼ੂਆਂ ਦੀ ਨਿਆਈ ਆਪਣਾ ਮਨੁੱਖਾ ਜਨਮ ਹਾਰ ਕੇ ਜਾਂਦੇ। ਸੋ ਸਾਧ ਸੰਗਤ ਆਪਾਂ ਸਾਰੇ ਸਤਿਗੁਰੂ ਦੀ ਹਜ਼ੂਰੀ ਵਿੱਚ ਸਜੇ ਬੈਠੇ ਆ। ਬਹੁਤ ਪਿਆਰ ਦਾ, ਬਹੁਤ ਉਤਸ਼ਾਹ ਦਾ ਜਜ਼ਬਾ ਸੰਗਤਾਂ ਵਿਖਾ ਰਹੀਆਂ ਨੇ। ਇਸੇ ਗੁਰੂ ਪਿਆਰ ਦੇ ਆਸਰੇ, ਇਸੇ ਉਤਸ਼ਾਹ ਦੇ ਆਸਰੇ ਸਾਧ ਸੰਗਤ ਸਿੱਖ ਧਰਮ ਸੰਸਾਰ ਦੇ ਨਕਸ਼ੇ ਤੇ ਧਰੂਮ ਤਾਰੇ ਵਾਂਗੂ ਚਮਕ ਰਿਹਾ ਹੈ। ਸੋ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਸਿੱਖ ਧਰਮ ਸੰਤਾਂ ਦਾ ਧਰਮ ਹੈ, ਸਿੱਖ ਧਰਮ ਸਿਪਾਹੀਆਂ ਦਾ ਧਰਮ ਹੈ, ਸਿੱਖ ਧਰਮ ਪਰਉਪਕਾਰੀਆਂ ਦਾ ਧਰਮ ਹੈ, ਸਿੱਖ ਧਰਮ ਦਾਨੀਆਂ ਦਾ ਧਰਮ ਹੈ, ਸਿੱਖ ਧਰਮ ਆਤਮਿਕ ਗਿਆਨੀਆਂ ਦਾ ਧਰਮ ਹੈ। ਕਿਸੇ ਧਰਮ ਦੇ ਵਿੱਚ ਇੱਕ ਗੁਣ ਸੀ, ਕਿਸੇ ਵਿੱਚ ਦੋ ਗੁਣ ਸਨ। ਸਤਿਗੁਰਾਂ ਨੇ ਜਦੋਂ ਜਗਤ ਦੀ ਹਾਲਤ ਵੇਖੀ, ਸੰਤ ਇਕੱਲੇ ਹੀ ਸੰਤ ਰਹਿ ਗਏ, ਮਾਲਾ ਫੇਰਨੀ ਉਹਦਾ ਧਰਮ ਬਣ ਚੁੱਕਿਆ ਹੈ।
ਉਹਦੇ ਕੋਲ ਦੀ ਕਿਸੇ ਮਜ਼ਲੂਮ ਤੇ ਜ਼ੁਲਮ ਹੁੰਦਾ ਉਹ ਆਵਾਜ਼ ਨਹੀਂ ਉਠਾ ਸਕਦਾ। ਇੱਥੋਂ ਤੱਕ ਸਮਾਂ ਬਣਿਆ ਸਾਧ ਸੰਗਤ ਬੈਠਿਆਂ ਦੀਆਂ ਹੱਥਾਂ ਦੇ ਵਿੱਚੋਂ ਮਾਲਾ ਖੋਹ ਕੇ ਲੈ ਗਏ ਤੇ ਉਹਨਾਂ ਨੇ ਸਾਧ ਸੰਗਤ ਆਪਣਾ ਰੋਸ ਪ੍ਰਗਟ ਨਹੀਂ ਕੀਤਾ। ਦੂਜੇ ਪਾਸੇ ਪਾਤਸ਼ਾਹ ਨੇ ਵੇਖੇ ਸਿਪਾਹੀ, ਦੂਜੇ ਪਾਸੇ ਪਾਤਸ਼ਾਹ ਨੇ ਵੇਖੇ ਸਾਧ ਸੰਗਤ, ਫੌਜੀ ਸਿਪਾਹੀ ਜਿਨ੍ਹਾਂ ਨੂੰ ਆਪਣੇ ਹਥਿਆਰਾਂ ਤੇ ਆਪਣੇ ਸ਼ਾਸਤਰਾਂ ਤੇ ਇੰਨਾ ਮਾਣ ਹੋ ਚੁੱਕਿਆ ਹੈ, ਉਹ ਸਾਧ ਸੰਗਤ ਚਲਾਉਣ ਲੱਗੇ ਇਹ ਵੀ ਨਹੀਂ ਵੇਖਦੇ ਕਿ ਮੇਰਾ ਸ਼ਾਸਤਰ ਕਿਸੇ ਮਜ਼ਲੂਮ ਤੇ ਚੱਲੇਗਾ। ਜਿਹੜੇ ਸਿਪਾਹੀ ਸਨ ਉਸ ਸਮੇਂ ਦੇ ਉਹ ਜ਼ਾਲਮ ਬਣ ਚੁੱਕੇ ਸਨ। ਸੰਤ ਜਿਹੜੇ ਸਨ, ਨਾਮ ਜਪਣ ਵਾਲੇ ਜਿਹੜੇ ਸਨ, ਉਹ ਅਣਖ ਤੋਂ ਗੈਰਤ ਤੋਂ ਸਾਧ ਸੰਗਤ ਹੀਣ ਹੋ ਚੁੱਕੇ ਸਨ। ਤੇ ਪਾਤਸ਼ਾਹ ਨੇ ਦੋਨੇ ਗੁਣ ਇੱਕੋ ਜਗ੍ਹਾ, ਰਾਜ ਜੋਗ ਸੰਤ ਸਿਪਾਹੀ, ਇੱਕੋ ਜਗ੍ਹਾ ਮਹਾਰਾਜ ਨੇ ਦੋਨੇ ਗੁਣ ਦੇ ਦਿੱਤੇ। ਸਾਧ ਸੰਗਤ ਸਿੱਖ ਜਦੋਂ ਨਾਮ ਜਪਦਾ ਹੈ, ਜਦੋਂ ਬਾਣੀ ਪੜ੍ਹਦਾ ਹੈ, ਜਦੋਂ ਚੌਂਕੜਾ ਲਾ ਕੇ ਬੈਠਾ ਹੈ, ਤੇ ਸਾਧ ਸੰਗਤ ਵੱਡੇ ਵੱਡੇ ਸੰਤ, ਵੱਡੇ ਵੱਡੇ ਭਗਤ ਉਹਦੇ ਸਾਹਮਣੇ ਕੋਈ ਮਾਇਨੇ ਨਹੀਂ ਰੱਖਦੇ। ਤੇ ਸਾਧ ਸੰਗਤ ਗੁਰੂ ਕਾ ਖਾਲਸਾ ਜਦੋਂ ਗਊ ਗਰੀਬ ਦੀ ਰਾਖੀ ਵਾਸਤੇ ਆਣ ਬਾਣ, ਸਿੱਖ ਧਰਮ ਦੀ ਰਾਖੀ ਵਾਸਤੇ ਜਦੋਂ ਤਲਵਾਰ ਲੈ ਕੇ ਮੈਦਾਨੇ ਜੰਗ ਦੇ ਵਿੱਚ ਉਤਰਦਾ ਹੈ, ਤੇ ਸਾਧ ਸੰਗਤ ਵੱਡੇ ਵੱਡੇ ਸੂਰਮਿਆਂ ਦੀਆਂ ਕਿਰਪਾਨਾਂ, ਸੂਰਮਿਆਂ ਦੇ ਸ਼ਸਤਰ ਉਹਨਾਂ ਦੇ ਸਾਹਮਣੇ ਝੁਕ ਜਾਂਦੇ। ਖਿਆਲ ਕਰਨਾ, ਅੱਜ ਤੁਹਾਡੇ ਨਾਲ ਵਿਚਾਰ ਇੱਥੋਂ ਸ਼ੁਰੂ ਕੀਤੀ ਹੈ। ਸਿੱਖ ਪਰਉਪਕਾਰੀ ਵੀ ਹੈ, ਸਿੱਖ ਸੰਤ ਵੀ ਹੈ, ਸਿੱਖ ਸਿਪਾਹੀ ਵੀ ਹੈ, ਸਿੱਖ ਦਾਨੀ ਵੀ ਹੈ। ਸਿੱਖ ਦੇ ਵਿੱਚ ਸ਼ਾਂਤੀ ਇੰਨੀ ਹੈ, ਉਹ ਉਬਲਦੀਆਂ ਦੇਗਾਂ ਵਿੱਚ ਵੀ ਬਾਣੀ ਪੜ੍ਹੀ ਜਾਂਦਾ ਹੈ, ਉਲਾਂਭਾ ਨਹੀਂ ਦਿੰਦਾ। ਸਿੱਖ ਦੇ ਵਿੱਚ ਸ਼ਾਂਤੀ ਇੰਨੀ ਹੈ, ਧੀਰਜ ਇੰਨਾ ਹੈ। ਬ੍ਰਹਮ ਗਿਆਨੀ ਕਾ ਧੀਰਜ ਏਕ ਜੈਸੇ ਬਸੁਧਾ, ਕੋ ਖੋਦਾ ਕੋ ਚੰਦਨ ਲੇਪ। ਧੀਰਜ ਇੰਨਾ ਹੈ, ਜਿਸ ਤਰ੍ਹਾਂ ਧਰਤੀ ਹੈ, ਉਹਨੂੰ ਕੋਈ ਪੁੱਟੀ ਜਾਵੇ, ਕੋਈ ਉਹਨੂੰ ਚੰਦਨ ਦੇ ਨਾਲ ਲਿਪੀ ਜਾਵੇ। ਧਰਤੀ ਸਾਧ ਸੰਗਤ ਪੁੱਟਣ ਵਾਲਿਆਂ ਨੂੰ ਮਾੜਾ ਨਹੀਂ ਆਖਦੀ, ਲਿਪਣ ਵਾਲਿਆਂ ਨੂੰ ਚੰਗਾ ਨਹੀਂ ਆਖਦੀ। ਇਸ ਤਰ੍ਹਾਂ ਦਾ ਗੁਰਸਿੱਖ ਦੇ ਵਿੱਚ ਧੀਰਜ ਦਿੱਤਾ ਮਹਾਰਾਜ ਨੇ। ਉਬਲਦੀਆਂ ਦੇਗਾਂ, ਆਰਿਆਂ ਦਿਆਂ ਦੰਦਿਆਂ ਥੱਲੇ, ਰੰਬੀਆਂ ਥੱਲੇ ਸਾਧ ਸੰਗਤ ਬਾਣੀ ਪੜ੍ਹ ਰਿਹਾ ਸਿੱਖ, ਇੰਨਾ ਧੀਰਜ। ਤੇ ਦੂਜੇ ਪਾਸੇ ਜਦੋਂ ਬਹਾਦਰੀ ਦੀ ਗੱਲ ਆਉਂਦੀ ਹੈ, ਗੁਰੂ ਘਰ ਦਾ ਜੰਡਿਆਲੇ ਦਾ ਸਾਧ ਸੰਗਤ ਚੌਧਰੀ, ਗੁਰੂ ਘਰ ਦਾ ਦੋਖੀ ਮੱਸਾ ਰੰਗੜ, ਜਦੋਂ ਮੰਜਾ ਡਾਹ ਕੇ, ਪਲੰਗ ਡਾਹ ਕੇ, ਜਿਸ ਪਾਸੇ ਹਰਮੰਦਰ ਸਾਹਿਬ 4 ਦਰਵਾਜ਼ੇ ਨੇ, ਪਿਛਲਾ ਦਰਵਾਜ਼ਾ ਜਿਸ ਪਾਸੇ ਹਰ ਕੀ ਪੌੜੀ ਹੈ, ਪਲੰਗ ਡਾਹ ਕੇ ਬੈਠਾ, ਤੇ ਸਾਧ ਸੰਗਤ ਗੁਰੂ ਕੇ ਸਿੱਖ ਬੀਕਾਨੇਰ ਦੇ ਜੰਗਲਾਂ ਦੇ ਵਿੱਚੋਂ ਜਾਂਦੇ ਹੈ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਸ਼ਿਖਰ ਦੁਪਹਿਰੇ ਭਾਦਰੋਂ ਦੇ ਦਿਨਾਂ ਦੇ ਵਿੱਚ ਸਾਧ ਸੰਗਤ ਹੋ ਰਹੇ ਨਾਚ ਦੇ ਵਿੱਚ ਵੱਜਦੇ ਘੁੰਗਰੂ, ਵੱਜਦੇ ਤਬਲੇ, ਵੱਜਦੀ ਸਾਰੰਗੀ, ਨੱਚਦੀਆਂ ਵੇਸ਼ਵਾਵਾਂ, ਤੇ 2 ਸਿੱਖ ਜਾਂਦੇ ਹੈ। ਤੇ ਸਾਧ ਸੰਗਤ ਮੱਸੇ ਰੰਗੜ ਦਾ ਸਿਰ ਉਹਦੇ ਧੜ ਦੇ ਨਾਲੋਂ ਜੁਦਾ ਕਰਦੇ ਹੈ, ਤੇ ਆਪਣੇ ਮੇਜੇ ਦੇ ਉੱਤੇ ਟੰਗਦੇ ਹੈ। ਆ ਕੇ ਸਾਧ ਸੰਗਤ ਰਾਜਸਥਾਨ ਦੇ ਜੰਗਲਾਂ ਦੇ ਵਿੱਚ ਖਿੱਦੋ ਖੁੰਡੀ ਖੇਡਦੇ। ਜਦੋਂ ਜੋਸ਼ ਵੇਖਣਾ ਹੋਵੇ, ਕੱਲਾ ਭਾਈ ਬਚਿੱਤਰ ਸਿੰਘ, ਅੰਮ੍ਰਿਤ ਦੀ ਸ਼ਕਤੀ ਹੈ, ਕੱਲਾ ਭਾਈ ਬਚਿੱਤਰ ਸਿੰਘ ਹਾਥੀ ਦੇ ਨਾਲ ਲੜੀ ਜਾਂਦਾ ਹੈ। ਇਹ ਸਤਿਗੁਰੂ ਦੀ ਕਿਰਪਾ ਹੈ। ਸਾਧ ਸੰਗਤ
ਇਹ ਸਾਰੇ ਗੁਣ ਮਹਾਰਾਜ ਨੇ ਆਪਣੇ ਖਾਲਸੇ ਨੂੰ ਦੇ ਕੇ ਇੱਕ ਕੰਡੀਸ਼ਨ, ਇੱਕ ਸ਼ਰਤ ਦਿੱਤੀ। ਮਹਾਰਾਜ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਉ ਮੈਂ ਸਾਰਾ, ਜਬ ਜੇ ਗਹਿ ਵਿਪਰਨ की रीत, मैं ना करूं इनकी प्रतीत। सारे गुण दे के सारे गुणां दे विच अपने खालसे नूं प्रपट करके महाराज ने शर्त रख दी, खालसा जी जिन्ना चिर मेरे दसे हुए सिद्धांतां ते चलेगा तेरे विच मैं आप वरतांगा। गुरु गोबिंद सिंह महाराज कहंदे जदों तू ब्राह्मणां वाली विपरां वाली मर्यादा फड़ लई, सतगुरु कहंदे फिर मेरा भरोसा गवा बैठेगा। अज आप जी दे नाल विचारे शुरू करनी है। सतगुरां ने सानू सरदारियां दित्तियां सन, सतगुरां ने सानू साध संगत अपना रूप दिता सी, अपना स्वरूप दिता सी। जिवें जिवें समा लंघदा गया सानू केसां दा भार लगना शुरू होया, पग्गां भारियां लगनियां शुरू होईयां। जिवें जिवें समा लंघदा गया साध संगत असीं सरदारियां गवाउंदे गए। इत्थे किसे नूं की दोष देना है? इत्थे साध संगत सब तो वड्डा दोष, सब तो वड्डी कमजोरी साडे विच पैदा हो गई। पखंडी लोगों का दा उदों लगता है जदों साध संगत साडे अपने घर दियां नीहां कमजोर हुंदियां ने। जदों वेख्या कि अज दा नौजवान, अज दा सिख रहत तो, अज दा सिख मर्यादा तो भगौड़ा हो चुकिया है। ये बचन तुहाडे नाल सांझे करन दे ये मत गुरु ग्रंथ साहिब महाराज तो मिली। कल हुक्मनामा सुनिया, हस्ती सिर ज्यों अंकस है, तुहानू याद होवेगा कल हुक्मनामा आया सी, हस्ती सिर ज्यों अंकस है, ऐरन ज्यों सिर दे, मन तन आगे रख के उड्डी सेव करे। हाथी वस आ जांदा, कदों वस आउंदा जदों ओहदे सिर दे उत्ते साध संगत कुंडा रखिया जांदा है। ऐरन अपने आप नूं साध संगत हथौड़ियां दे नाल कटाउंदी है, ओहदा कोई आकार बनदा है। अज साध संगत साडा मन मर्यादा तो भज्या होया है। अज असीं मर्यादा तो भगौड़े हो चुके। अज सानू केसां दा भार लगना शुरू हो गया। अज सानू गुरु की रहत चंगी नहीं लगदी। महाराज ने रहत दित्ती सी साडे भले वास्ते। साध संगत दाते ने सानू रहत दित्ती सी, सतगुरां ने सानू रहत दित्ती सी साडे भले वास्ते। मन नूं नरोआ रखण वास्ते महाराज ने बाणी दित्ती, शरीर नूं नरोआ अरोग रखण वास्ते महाराज ने सानू बाणा दित्ता, नाल सिक्ख्या दित्ती। ते साध संगत जो सिक्ख्या विसारदे जा रहे हैं धड़ा धड़। साडे नौजवान उस्तरियां वालियां दियां दुकानां ते साडे डब वाली मंडी कोल दीवान सन। एक बजुर्ग सानू मिलिया, की कहंदा? बजुर्ग आखन लग्या, कहंदा बाबा जी, कहंदा पैसे ही 3 जणियां कोल रह गए। असीं आखिया किन्ना किन्ना कोल? कहंदा एक तां रह गए आ सिर मुंनण वालियां कोल। कहंदा साडे वेले फाटकां ते अड्डियां ते दरख्तां दे थल्ले शीशे रख के बैठे सी। अज इहो जिहियां दुकानां ने इन्हां कोल जिन्हां दा 5-5 हज़ार रुपया महीने दा भाड़ा बनदा है। पैसे रह गए सिर मुंनण वालियां कोल, उस्तरे वालियां कोल। अच्छा होर पैसे किन्ना कोल रह गए? कहंदे पैसे रह गए पुछिया देण वालियां दे कोल, सियाणियां दे कोल, जेड़े साध संगत भूतां कढदे आ। दुख सुख पूर्व जन्म के कीए, बाणी कहंदी है आ दुख भी सुख भी है साडे कीते होए कर्मां दे फल ने, सो जाणै जिन दाता दिए। साध संगत दुख सुख साडे अपने कर्मां दे कीते। थोड़ा जिहा जिंदगी दे विच दुख आया, कमजोर मन वाले डॉक्टर दी दुकान ते दवाई लैण नहीं जांदे, गुरुद्वारा साहिब अरदास कराउण वास्ते नहीं जांदे। सब तो पहला साध संगत गड्डियां लाउण वालियां कोल, आ पुछिया देण वालियां कोल भजदे ऐ। ते साध संगत तो पुछिया देण वालियां ने की करना है? सानू साडा ही कोई वड्ड वडेरा चमेड़ देना।
ਜਿਹੜੇ ਸਾਡੇ ਵਾਸਤੇ ਸਭ ਸੰਗਤ ਪੋਹ ਦੇ ਪਾਲੇ ਜੇਠ ਹਾੜ ਦੀ ਗਰਮੀ ਝੱਲਦੇ ਰਹੇ ਤੇ ਅਸੀਂ ਉਹਨਾਂ ਨੂੰ ਦਰਜੇ ਦਿੱਤੇ ਭੂਤਾਂ ਤੇ ਪ੍ਰੇਤਾਂ ਦੇ। ਤੇ ਜੇ ਕਿਸੇ ਦਾ ਜਿਉਂਦਾ ਹੋਵੇ ਉਹ ਕਹਿਣਗੇ ਤੈਨੂੰ ਖਾਲੀ ਤੇ ਭੇਜਣਾ ਨਹੀਂ, ਫਿਰ ਤੈਨੂੰ ਕੋਈ ਗਵਾਂਢੀਆਂ ਦਾ ਚੁੰਬੜਿਆ। ਆਪਸ ਦੇ ਵਿੱਚ ਘਰਾਂ ਵਿੱਚ ਕਲੇਸ਼ ਪੈਦਾ ਹੋ ਗਿਆ, ਸਾਧ ਸੰਗਤ ਗਵਾਂਢੀ ਦੇ ਨਾਲ ਲੜੀ ਜਾਂਦਾ ਹੈ। ਤੈਨੂੰ ਉਹਨੇ ਕਰਾਇਆ ਜਿਹਨੂੰ ਸਹੁਰਿਆਂ ਤੋਂ ਮੱਝ ਮਿਲੀ ਹੈ। ਵੇਖੋ ਇਹੋ ਜਿਹਾ ਇੱਕ ਅੱਧਾ ਤੇ ਹੁੰਦਾ ਹੀ ਹੈ। ਤੈਨੂੰ ਉਹਨੇ ਕਰਾਇਆ ਜਿਹਦੇ ਘਰ ਦਾ ਗੇਟ ਕਾਲਾ ਹੈ। ਇਹੋ ਜਿਹਾ ਇੱਕ ਅੱਧਾ ਘਰ ਤੇ ਹੁੰਦਾ ਹੀ ਹੈ। ਤੇ ਸਾਧ ਸੰਗਤ ਸਾਡੇ ਭੂਤ ਨਿਕਲਣ ਭਾਵੇਂ ਨਾ ਨਿਕਲਣ, ਉਹਨਾਂ ਦੀਆਂ ਜ਼ਿੰਦਗੀਆਂ ਦੇ ਦੁੱਖ ਨਿਕਲ ਜਾਂਦੇ ਹੈ। ਉਹ ਆਪਣੀਆਂ ਪੁਸਤਾਂ ਵਾਸਤੇ ਪੈਸੇ ਇਕੱਠੇ ਕਰ ਜਾਂਦੇ ਹੈ। ਦੂਜੇ ਪੈਸੇ ਨੇ ਆ ਸਿਆਣਿਆਂ ਦੇ ਕੋਲ। ਅਸੀਂ ਤੇ ਆਪੇ ਹੀ ਕਮਲੇ ਬਣ ਗਏ। ਉਦਾਂ ਤੁਹਾਨੂੰ ਕੋਈ ਬਾਹਰ ਜਾਂਦੇ ਕਹੇ ਉਹ ਪਾਗਲਾ, ਆਪਾਂ ਲੜਨ ਵਾਸਤੇ ਤਿਆਰ ਹੋ ਜਾਂਦੇ ਆ। ਜਿਨ੍ਹਾਂ ਨੂੰ ਆਪਾਂ ਸਿਆਣੇ ਕਹਿੰਦੇ ਆ ਤੇ ਇਹਦਾ ਮਤਲਬ ਆਪੇ ਹੀ ਬਣ ਗਿਆ, ਆਪਾਂ ਤੇ ਆਪ ਹੀ ਕਮਲੇ। ਜਿਨ੍ਹਾਂ ਨੂੰ ਸਿਆਣੇ ਕਹਿੰਦੇ ਆ ਪੱਲੇ ਉਹਨਾਂ ਦੇ ਸਾਧ ਸੰਗਤ ਦੀਵਾਨੀ ਦੀ ਮੱਤ ਨਹੀਂ। ਜੋ ਸਿਆਣੇ ਹੁੰਦੇ ਤੇ ਰੱਬ ਦੇ ਸ਼ਰੀਕ ਬਣ ਕੇ ਨਾ ਬਹਿੰਦੇ ਕਦੇ ਵੀ। ਜੋ ਸਿਆਣੇ ਹੁੰਦੇ ਤੇ ਕਮਲੇ ਉਹ ਰੱਬ ਦੇ ਸ਼ਰੀਕ ਬਣ ਕੇ ਨਾ ਬਹਿੰਦੇ। ਉਹਨਾਂ ਨੂੰ ਅਸੀਂ ਸਿਆਣੇ ਬਣਾ ਲਿਆ ਤੇ ਆਪੇ ਹੀ ਕਮਲੇ ਬਣ ਗਏ। ਬਾਣੀ ਕਹਿੰਦੀ ਬਿਨ ਨਾਵੈ ਜਗ ਕਮਲਾ ਫਿਰੈ। ਅਸੀਂ ਤੇ ਆਪੇ ਹੀ ਕਮਲੇ ਬਣ ਗਏ। ਤੀਜਾ ਪੈਸਾ ਰਹਿ ਗਿਆ ਨਸ਼ਿਆਂ ਦੇ ਸੁਦਾਗਰਾਂ ਕੋਲ। ਅੱਜ ਜਦੋਂ ਅਸੀਂ ਆ ਰਹੇ ਸੀ ਨਾ ਦੀਵਾਨ ਤੇ, ਸੱਚਾ ਬਚਨ ਹੈ, ਰਜਿੰਦਰਾ ਹਸਪਤਾਲ ਪਟਿਆਲੇ ਦੇ ਇੱਕ ਡਾਕਟਰ ਦਾ ਫੋਨ ਆਇਆ। ਕੀ ਕਹਿੰਦਾ ਕਹਿੰਦਾ ਮੈਂ ਗੱਲ ਕਰਨੀ ਹੈ। ਸਿੰਘ ਨੇ ਸਾਡੇ ਨਾਲ ਗੱਲ ਕਰਵਾਈ। ਉਹ ਆਖਣ ਲੱਗਾ, ਕਹਿਣ ਲੱਗਾ ਬਾਬਾ ਜੀ ਕੋਈ ਆਪਣੇ ਇਲਾਕੇ ਦੇ ਵਿੱਚ ਨਸ਼ਾ ਛਡਾਉਣ ਦਾ ਵੱਡਾ ਸਾਰਾ ਕੇਂਦਰ ਖੋਲੋ, ਜਿੱਥੇ ਮਰੀਜ਼ਾਂ ਨੂੰ ਦਾਖਲ ਕਰਕੇ ਉਹਨਾਂ ਦਾ ਭਲਾ ਕਰ ਸਕੋ। ਇੰਨੇ ਮਰੀਜ਼ ਰੋਜ਼ ਸਾਡੇ ਕੋਲ ਆਉਂਦੇ ਆ, ਬੈੱਡ ਥੋੜੇ, ਸਾਡੇ ਕੋਲ ਮੰਜੇ ਥੋੜੇ ਰਹਿ ਗਏ। ਅੱਜ ਨੌਜਵਾਨ ਵੀ, ਅੱਜ ਬਜ਼ੁਰਗ ਵੀ ਨਸ਼ਿਆਂ ਦੀ ਐਸੀ ਜਿਲਮ ਦੇ ਵਿੱਚ ਫਸੇ ਹੈ। ਜਿਵੇਂ ਜਿਵੇਂ ਨਿਕਲਣ ਦਾ ਯਤਨ ਕਰਦੇ ਤਿਵੇਂ ਤਿਵੇਂ ਸਾਧ ਸੰਗਤ ਫਸਦੇ ਜਾਂਦੇ। ਨਸ਼ਾ ਕਿੱਥੇ ਲੈ ਕੇ ਜਾਵੇਗਾ? ਜਾਂ ਤੇ ਕੋਰਟ ਕਚਹਿਰੀਆਂ ਦੇ ਵਿੱਚ ਲੈ ਕੇ ਜਾਵੇਗਾ, ਅਦਾਲਤਾਂ ਵਿੱਚ, ਥਾਣਿਆਂ ਵਿੱਚ ਲੈ ਕੇ ਜਾਵੇਗਾ। ਤੇ ਜਾਂ ਨਸ਼ਾ ਸਾਧ ਸੰਗਤ ਇਹ ਖਾਮੋਸ਼ ਸਾਇਲੈਂਸ ਕਿਲਰ ਹੈ, ਖਾਮੋਸ਼ ਕਾਤਲ ਹੈ। ਜਾਂ ਸਾਨੂੰ ਸਾਧ ਸੰਗਤ ਹੌਲੀ ਹੌਲੀ ਹਸਪਤਾਲਾਂ ਵੱਲ ਲੈ ਕੇ ਜਾਵੇਗਾ। ਕਿਸੇ ਦੇ ਫੇਫੜੇ ਖਾ ਗਿਆ, ਕਿਸੇ ਦੇ ਗੁਰਦੇ ਖਾ ਗਿਆ, ਕਿਸੇ ਦੀਆਂ ਅੰਤੜੀਆਂ ਖਾ ਗਿਆ, ਕਿਸੇ ਦੇ ਸਾਧ ਸੰਗਤ ਜਬਾੜੇ ਖਾ ਗਿਆ। ਨਸ਼ੇ ਨੇ ਸੁੱਖ ਕਿਸੇ ਨੂੰ ਵੀ ਨਹੀਂ ਦਿੱਤਾ। ਤੇ ਨਸ਼ੇ ਦੇ ਸੁਦਾਗਰ ਜੇ ਸਾਧ ਸੰਗਤ ਕਿਸੇ ਪ੍ਰਚਾਰਕ ਦੇ ਕੋਲ ਚੰਗੀ ਗੱਡੀ ਵੇਖ ਲਈ ਤੇ ਸਾਧ ਸੰਗਤ ਅਲਰਜੀ ਵਾਲਿਆਂ ਨੂੰ 4 ਦਿਨ ਨੀਂਦਰ ਨਹੀਂ ਪੈਣੀ। ਤੇ ਨਸ਼ੇ ਦੇ ਸੁਦਾਗਰਾਂ ਦੇ ਕੋਲ ਇੰਨੇ ਪੈਸੇ, ਸੱਚ ਜਾਣਿਓ ਆ 2 ਸਾਲਾਂ ਦੀ ਗੱਲ ਹੈ, ਉਹਨੇ ਆਪਣੀ ਲੜਕੀ ਦਾ ਜਨਮ ਦਿਨ ਮਨਾਇਆ। ਤੋਹਫਾ ਪਤਾ ਕੀ ਦਿੱਤਾ? 5.25 ਕਰੋੜ ਦੀ ਗੱਡੀ। ਆ ਗੁਟਕਾ ਵੇਚਣ ਵਾਲਾ ਨਾਂ ਦਾ ਵੀ ਸਾਨੂੰ ਪਤਾ ਹੈ, ਜੇ ਕਿਸੇ ਨੂੰ ਭੁਲੇਖਾ ਹੋਵੇ ਅਸੀਂ ਉਹਦੀ ਫੋਟੋ ਵੀ ਦਿਖਾ ਸਕਦੇ ਹਾਂ। 5.25 ਕਰੋੜ ਦੀ ਗੱਡੀ ਸਾਧ ਸੰਗਤ ਆਪਣੀ ਲੜਕੀ ਦੇ ਬਰਥਡੇ ਤੇ ਜਨਮ ਦਿਨ ਤੇ ਦੇ ਰਿਹਾ ਹੈ। ਕਿਹਨਾਂ ਦੇ ਸਿਰ ਤੋਂ? ਸਾਨੂੰ ਬਿਮਾਰੀਆਂ ਲਾ ਕੇ। ਇੱਕ ਸਾਧ ਸੰਗਤ ਨਸ਼ੇ ਦੇ ਸੁਦਾਗਰ ਦੇ ਘਰ ਚੋਰੀ ਹੋਈ, ਇੱਕ ਨੌਕਰ ਨੇ ਚੋਰੀ ਕੀਤੀ, ਭਾਵੇਂ ਅਗਲੇ ਦਿਨ ਫੜਿਆ ਗਿਆ। ਦਫ਼ਤਰ ਦੇ ਵਿੱਚੋਂ ਪੈਸੇ ਚੁੱਕੇ, ਕਿੰਨੇ ਚੁੱਕੇ? 10,000, 10 ਲੱਖ ਨਹੀਂ। ਇੱਕ ਦਿਨ ਦੀ ਕਮਾਈ ਸੀ 1 ਕਰੋੜ ਰੁਪਈਆ। ਤੁਸੀਂ ਪੜ੍ਹਿਆ ਹੋਣਾ ਅਖਬਾਰਾਂ 'ਚ, ਤੁਹਾਨੂੰ ਯਾਦ ਹੋਣਾ। ਇਹ ਵੀ ਥੋੜੇ ਸਮੇਂ ਦੀ ਗੱਲ ਹੈ। ਸਾਧ ਸੰਗਤ ਪੈਸੇ ਰਹਿ ਹੀ ਇਹਨਾਂ ਤਿੰਨਾਂ ਦੇ ਕੋਲ ਗਏ। ਚੌਥਾ ਸਾਧ ਸੰਗਤ ਪੰਜਾਬ ਲੁੱਟ ਲਿਆ ਪਖੰਡੀਆਂ ਨੇ। ਚੜ੍ਹਦੇ ਜਾਓ ਤਾਂ ਪਖੰਡੀ, ਛਿਪਦੇ ਜਾਓ ਤਾਂ ਪਖੰਡੀ। ਸਾਰਿਆਂ ਦਾ ਇੱਕੋ ਇੱਕ ਮਨੋਰਥ ਹੈ ਕਿ ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਨਾ ਪਹੁੰਚ ਜਾਵੇ। ਸਾਰਿਆਂ ਦਾ ਇੱਕੋ ਇੱਕ ਮਨੋਰਥ ਹੈ ਅੱਜ ਸਿੱਖ ਅੰਮ੍ਰਿਤ ਦੇ ਬਾਟੇ ਦੇ ਨੇੜੇ ਨਾ ਪਹੁੰਚ ਜਾਵੇ। ਤੇ ਉਹ ਆਪਣੇ ਮਨੋਰਥ ਦੇ ਵਿੱਚ ਪੂਰੇ ਹੋ ਰਹੇ ਹੈ।
ਸਾਧ ਸੰਗਤ ਉਹ ਆਪਣੇ ਮਨੋਰਥ ਦੇ ਵਿੱਚ ਕਾਮਯਾਬ ਹੋ ਰਹੇ ਹੈ ਤੇ ਅਸੀਂ ਆਪਸ ਦੇ ਵਿੱਚ ਹੀ ਲੜੀ ਜਾਂਦੇ ਆ ਜੀ। ਸਾਡੇ ਮਤਭੇਦ ਹੀ ਨਹੀਂ ਖਤਮ ਹੁੰਦੇ, ਪਤਾ ਨਹੀਂ ਕਿੱਥੇ ਜਾ ਕੇ ਖਤਮ ਹੋਣਗੇ। ਅੱਜ ਇੱਕ ਚਿੱਠੀ ਕੋਈ ਫੜਾ ਕੇ ਗਿਆ, ਪਤਾ ਨਹੀਂ ਕੋਈ ਪਿੰਡ ਹੈ ਨੇੜੇ, ਤੇ ਉੱਥੇ ਪ੍ਰਚਾਰ ਕੀਤਾ ਜਾ ਰਿਹਾ ਹੈ ਗ੍ਰੰਥੀ ਸਿੰਘ ਵੱਲੋਂ। ਕੀ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜਾ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਨਾ, ਉੱਥੇ ਅਮੀਰਾਂ ਵਾਸਤੇ ਬਾਣੀ ਹੋਰ ਪੜ੍ਹੀ ਜਾਣੀ ਹੈ, ਗਰੀਬਾਂ ਵਾਸਤੇ ਹੋਰ ਪੜ੍ਹੀ ਜਾਣੀ। ਦੇਖੋ ਮਤ ਕਿਹੋ ਜੀ। ਰਵਾਲਸਰ ਇਕੱਠ ਹੋਇਆ, ਸਾਡੀ ਵਿਚਾਰ ਕੁਝ ਹੋਰ ਸੀ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੇਲਾ ਹੈ, ਪਹਾੜੀ ਰਾਜੇ ਇਕੱਠੇ ਹੋਏ। ਬੰਦ ਕਰ ਲੈ, ਮੱਖੀਆਂ ਬੜੀਆਂ ਆਉਂਦੀਆਂ। ਰਵਾਲਸਰ ਇਕੱਠ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਪਹਾੜੀ ਰਾਜਿਆਂ ਨੂੰ ਕਹਿੰਦੇ ਹੈ, ਸਤਿਗੁਰੂ ਕਹਿੰਦੇ ਅੰਮ੍ਰਿਤ ਛਕ ਲੋ। ਪਹਾੜੀ ਰਾਜੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵੈਰ ਕਮਾਉਂਦਿਆਂ ਗੁਜ਼ਾਰ ਦਿੱਤੀ। ਰਾਜੇ ਹਰੀ ਚੰਦ ਦੀ ਗੱਲ, ਹਡੂਰੀਏ ਦੀ ਗੱਲ ਸਿੰਘ ਸਾਹਿਬ ਕਰਦੇ ਸੀ, ਕੱਲ ਅਸੀਂ ਵੀ ਕੀਤੀ ਸੀ। ਜਿਨ੍ਹਾਂ ਨੇ ਸਾਰੀ ਜ਼ਿੰਦਗੀ, ਪਹਿਲਾ ਜੰਗ ਭਗਾਣੀ ਦਾ ਕੋਈ ਮੁਗਲ ਨੇ ਆ ਕੇ ਨਹੀਂ ਸੀ ਲੜਿਆ, ਪਹਾੜੀ ਰਾਜਿਆਂ ਨੇ ਲੜਿਆ ਸੀ। ਸਾਰੀ ਜ਼ਿੰਦਗੀ ਗੁਰੂ ਘਰ ਦੇ ਨਾਲ ਧਰੋ ਵਿਰੋਧ ਕਮਾਉਂਦੇ ਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ। ਰਵਾਲਸਰ ਇਕੱਠ ਹੋਇਆ, ਮਹਾਰਾਜ ਕਹਿੰਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਜਿਆਂ ਨੂੰ, ਕਹਿੰਦੇ ਭਾਈ ਅੰਮ੍ਰਿਤ ਛਕ ਲੋ ਖੰਡੇ ਬਾਟੇ ਦਾ। ਪਹਾੜੀ ਰਾਜੇ ਕਹਿੰਦੇ ਸੀ ਅਸੀਂ ਅੰਮ੍ਰਿਤ ਛਕਣ ਵਾਸਤੇ ਤਿਆਰ ਹਾਂ, ਪਰ ਸਾਡੀ ਇੱਕ ਸ਼ਰਤ ਹੈ। ਕਿ ਕਹਿੰਦੇ ਅਸੀਂ ਅੰਮ੍ਰਿਤ ਛਕਣ ਵਾਸਤੇ ਤਿਆਰ ਹਾਂ, ਪਰ ਅਸੀਂ ਇਹਨਾਂ ਲੋਕਾਂ ਦੇ ਨਾਲ ਅੰਮ੍ਰਿਤ ਨਹੀਂ ਛਕਾਂਗੇ। ਇਹ ਨੀਵੀਆਂ ਜਾਤਾਂ ਵਾਲੇ, ਇਹ ਲਾਗੀ ਥੱਥੀ, ਇਹ ਕਮੀ ਕਮੀਣ, ਤੇ ਅਸੀਂ ਉੱਚੀਆਂ ਕੁੱਲਾਂ ਵਾਲੇ। ਜੇ ਸਾਨੂੰ ਅੰਮ੍ਰਿਤ ਛਕਾਉਣਾ, ਸਾਡੇ ਵਾਸਤੇ ਬਾਟਾ ਵੱਖਰਾ ਚਾਹੀਦਾ। ਜੇ ਸਤਿਗੁਰੂ ਬਾਟਾ ਵੱਖਰਾ ਕਰ ਦਿੰਦੇ, ਸ਼ਾਇਦ ਸਾਧ ਸੰਗਤ ਜੋ ਇਤਿਹਾਸ ਆਪਾਂ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਉਦੋਂ ਇਤਿਹਾਸ ਵੱਖਰਾ ਹੁੰਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਹਾੜੀ ਰਾਜੇ ਠੀਕ ਹੋ, ਤੁਸੀਂ ਰਾਜੇ ਹੋ, ਰਿਆਸਤਾਂ ਦੇ ਮਾਲਕ ਹੋ, ਪਰ ਮੇਰੀ ਗੱਲ ਸੁਣ ਲਓ। ਜਿਨਕੀ ਜਾਤ ਵਰਨ ਕੁਲ ਨਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਵਾ ਗੋਬਿੰਦ ਸਿੰਘ। ਮਹਾਰਾਜ ਕਹਿੰਦੇ ਜੇ ਮੈਂ ਬਾਟਾ ਹੀ ਵੱਖਰਾ ਕਰ ਦਿੱਤਾ ਤੇ ਮੇਰਾ ਅੰਮ੍ਰਿਤ ਕਾਹਦਾ ਰਹਿ ਗਿਆ। ਤੁਸੀਂ ਛਕਣਾ ਛਕੋ, ਨਹੀਂ ਛਕਣਾ ਤੁਹਾਡੀ ਮਰਜ਼ੀ ਹੈ। ਜ਼ੋਰ ਜ਼ਬਰਦਸਤੀ ਦੇ ਨਾਲ ਅੰਮ੍ਰਿਤ ਕਿਸੇ ਨੂੰ ਛਕਾਉਣਾ ਨਹੀਂ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੋਈ ਖਾਏ। ਜੇ ਤੁਹਾਡੇ ਮਨ 'ਚ ਪਿਆਸ ਪੈਦਾ ਹੋਈ ਹੈ ਤੇ ਆਓ ਅੰਮ੍ਰਿਤ ਛਕ ਲਓ। ਜਿੱਥੋਂ ਸਾਰੇ ਛਕਣਗੇ ਤੁਸੀਂ ਵੀ ਛਕ ਲਓ। ਜੇ ਵੱਖਰਾ ਬਾਟਾ ਕਹਿੰਦੇ ਹੋ ਤਾਂ ਮਹਾਰਾਜ ਕਹਿੰਦੇ ਮੇਰੇ ਅੰਮ੍ਰਿਤ ਦੀ ਮਰਿਆਦਾ ਹੀ ਨਹੀਂ ਰਹਿਣੀ। ਮੈਂ ਤੇ ਇੱਕ ਕਰਨ ਵਾਸਤੇ ਇੱਕ ਬਾਟਾ ਦਿੱਤਾ ਹੈ, ਦੋ ਕਰਨ ਵਾਸਤੇ ਥੋੜਾ ਦਿੱਤਾ, ਇੱਕ ਕਰਨ ਵਾਸਤੇ। ਸੰਤ ਬਾਬਾ ਅਤਰ ਸਿੰਘ ਜੀ ਦਾ ਜ਼ਮਾਨਾ ਹੈ, ਮਸਤੂਆਣੇ ਵਾਲੇ ਮਹਾਂਪੁਰਖ ਸਾਧ ਸੰਗਤ। ਉਹ ਮਹਾਂਪੁਰਖਾਂ ਨੇ ਬਹੁਤ ਅੰਮ੍ਰਿਤ ਸੰਚਾਰ ਕੀਤਾ ਪੰਜਾਬ ਦੀ ਧਰਤੀ ਤੇ। ਹਿੰਦੁਸਤਾਨ ਪਾਕਿਸਤਾਨ ਸਾਂਝਾ ਹੁੰਦਾ ਸੀ। ਇੱਕ ਦਿਨ ਦੇ ਵਿੱਚ 3-3 ਵਾਰੀ ਅੰਮ੍ਰਿਤ ਸੰਚਾਰ ਹੋਣਾ। ਇੱਕ ਜਗ੍ਹਾ ਇਹੋ ਜਿਹੀ ਆਈ, ਇੱਕ ਸਾਧ ਸੰਗਤ ਚੌਧਰੀਆਂ ਦਾ ਮੁੰਡਾ, ਇੱਕ ਚੌਧਰੀਆਂ ਦਾ ਲੜਕਾ ਅੰਮ੍ਰਿਤ ਛਕਣ ਵਾਸਤੇ ਖਲੋਤਾ ਹੈ। ਤੇ ਜਦੋਂ ਬਾਤ ਦੇ ਵਿੱਚ ਸਾਧ ਸੰਗਤ ਬਾਟਾ ਫਰਾਇਆ ਜਾ ਰਿਹਾ ਹੈ, ਇੱਕ ਮਾਈ ਨੇ ਕੁੱਛੜ ਜਵਾਕ ਚੁੱਕਿਆ। ਸਾਧ ਸੰਗਤ ਜਵਾਕ ਦਾ ਨੱਕ ਵਗਦਾ ਹੈ। ਨੱਕ ਵਗਣ ਦਾ ਭਾਵ ਸਮਝਦੇ ਹੋ ਨਾ ਤੁਸੀਂ। ਉਹ ਬੱਚੇ ਦਾ ਨੱਕ ਵਗਦਾ ਸੀ। ਕੀ ਕੀਤਾ ਸਾਧ ਸੰਗਤ, ਮਾਈ ਨੇ ਉਸ ਬਾਟੇ ਦੇ ਵਿੱਚੋਂ ਬੱਚੇ ਨੂੰ 2 ਘੁੱਟ ਅੰਮ੍ਰਿਤ ਦੇ ਪਿਲਾ ਦਿੱਤੇ। ਤੇ ਜਦੋਂ ਸਾਧ ਸੰਗਤ 2 ਘੁੱਟ ਅੰਮ੍ਰਿਤ ਦੇ ਉਸ ਬੱਚੇ ਨੇ ਪੀਤੇ, ਤੇ ਜਿਹੜਾ ਚੌਧਰੀਆਂ ਦਾ ਲੜਕਾ ਖਲੋਤਾ ਸੀ ਰੌਲਾ ਪਾ ਕੇ ਖੜ ਗਿਆ ਸੰਗਤ ਦੇ ਵਿੱਚ। ਪਤਾ ਕੀ ਕਹਿੰਦਾ? ਕਹਿੰਦਾ ਅੰਮ੍ਰਿਤ ਝੂਠਾ ਹੋ ਗਿਆ, ਮੈਂ ਤੇ ਛਕਣਾ ਨਹੀਂ। ਅੰਮ੍ਰਿਤ ਝੂਠਾ ਹੋ ਗਿਆ, ਮੈਂ ਨਹੀਂ ਛਕਣਾ।
ਜਦੋਂ ਸੰਤਾਂ ਨੂੰ ਪਤਾ ਲੱਗਿਆ, ਸੰਤ ਬਾਬਾ ਅਤਰ ਸਿੰਘ ਜੀ ਜਦੋਂ ਗੁਰੂ ਕੇ ਦਰਬਾਰ ਵਿੱਚ ਆਏ ਤੇ ਸਾਧ ਸੰਗਤ ਤੋਂ ਚੌਧਰੀ ਨੂੰ ਪਤਾ ਲੱਗਿਆ ਮਹਾਂਪੁਰਖ ਆ ਰਹੇ ਹੈ, ਨਾਲ ਦੀ ਨਾਲ ਪੈਂਤੜਾ ਬਦਲ ਗਿਆ। ਕੀ ਕਹਿੰਦਾ? ਕਹਿੰਦਾ ਅੰਮ੍ਰਿਤ ਵੀ ਕਦੇ ਝੂਠਾ ਹੁੰਦਾ, ਅੰਮ੍ਰਿਤ ਤੇ ਝੂਠਿਆਂ ਨੂੰ ਸੁੱਚੇ ਕਰਨ ਵਾਲਾ ਹੈ। ਮਹਾਂਪੁਰਖ ਬੋਲੇ ਕੁਝ ਨਹੀਂ, ਇੱਕੋ ਹੀ ਵਚਨ ਆਖਿਆ। ਮਹਾਂਪੁਰਖ ਕਹਿੰਦੇ ਇਲਤ ਕਾ ਨਾਮ ਚੌਧਰੀ, ਇਹ ਗੁਰਬਾਣੀ ਦਾ ਸ਼ਬਦ ਹੈ। ਮਹਾਂਪੁਰਖ ਕਹਿਣ ਲੱਗੇ ਇਲਤ ਕਾ ਨਾਮ ਚੌਧਰੀ, ਬਸ ਭਾਈ ਇਹਨੇ ਆਹੀ ਕੁਛ ਕਰਨਾ ਸੀ, ਤਾਂ ਹੀ ਤੇ ਚੌਧਰੀ ਬਣਿਆ। ਅੰਮ੍ਰਿਤ ਦੇ ਭਾਈ ਝੂਠਿਆਂ ਨੂੰ ਸੁੱਚੇ ਕਰਦਾ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭੁਲੇਖਾ ਹੈ, ਜਾਂ ਜਿਹੜੇ ਜਾਣ ਬੁੱਝ ਕੇ ਭੁਲੇਖਾ ਪਾ ਰਹੇ ਤੇ ਸਾਧ ਸੰਗਤ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਅੰਮ੍ਰਿਤ ਕਿਸੇ ਅਮੀਰ ਦੀ ਜੰਗੀਰ ਨਹੀਂ, ਅੰਮ੍ਰਿਤ ਕਿਸੇ ਸਾਧ ਸੰਗਤ ਰਾਜੇ ਦੀ ਮਲਕੀਅਤ ਨਹੀਂ। ਅੰਮ੍ਰਿਤ ਉਹਨਾਂ ਸਾਰਿਆਂ ਵਾਸਤੇ ਹੈ ਸਾਧ ਸੰਗਤ ਜਿਨ੍ਹਾਂ ਦੇ ਮਨ ਬਣੇ। ਇੱਥੇ ਗਰੀਬ ਅਮੀਰ ਦਾ ਭੇਦ ਹੀ ਕੋਈ ਨਹੀਂ। ਮੇਰਾ ਸਾਹਿਬ ਭਗਤ ਰਵਿਦਾਸ ਜੀਆਂ ਦਾ ਸ਼ਬਦ ਹੈ, ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੋਸਾਈਆਂ ਮੇਰਾ ਮਾਥੇ ਛਤਰ ਧਰੈ। ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਖਿਆਲ ਹੈ ਨਾ, ਸਾਡੇ ਜਥੇ ਵਿੱਚ ਬਾਅਦ ਵਿੱਚ ਆ ਕੇ ਪੁੱਛ ਲਿਓ, ਪੰਜਾਬ ਦੀ ਕੋਈ ਵੀ ਜਾਤ ਰਹੀ ਹੋਣੀ ਹੈ ਜਿਸ ਜਾਤ ਦੇ ਵਿੱਚੋਂ ਸਾਧ ਸੰਗਤ ਸਾਡੇ ਜਥੇ ਵਿੱਚ ਸਿੰਘ ਸ਼ਾਮਲ ਨਹੀਂ। ਗੁਰਬਾਣੀ ਜਾਤ ਪਾਤ ਦੇ ਵਿੱਚ ਯਕੀਨ ਨਹੀਂ ਰੱਖਦੀ, ਸੱਚੇ ਸਿੱਖ ਜਾਤ ਪਾਤ ਦੇ ਵਿੱਚ ਯਕੀਨ ਨਹੀਂ ਰੱਖਦੇ। ਅਸੀਂ ਅੱਜ ਤੱਕ ਕਦੇ ਜਾਤ ਪਾਤ ਨੂੰ ਨਹੀਂ ਮੰਨਿਆ। ਸਾਡੇ ਜਥੇ ਦੇ ਵਿੱਚ ਸਾਧ ਸੰਗਤ ਹਰ ਇੱਕ ਜਾਤ ਦੇ ਵਿੱਚੋਂ, ਪਰ ਕਦੇ ਕਿਸੇ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ। ਹਰ ਇੱਕ ਨੂੰ ਸਾਧ ਸੰਗਤ ਇੱਕ ਦੂਜੇ ਨਾਲੋਂ ਵੱਧ ਕੇ ਪਿਆਰ ਸਤਿਕਾਰ ਮਿਲਦਾ ਹੈ। ਇੱਥੇ ਜਾਤਾਂ ਪਾਤਾਂ ਦੀ ਗੱਲ ਕਿੱਥੇ ਆ ਗਈ? ਭਗਤ ਰਵਿਦਾਸ ਜੀਆਂ ਦਾ ਸ਼ਬਦ ਹੈ, ऐसी ऐसी लाल तुझ बिन कौन करे, ऐसी लाल तुझ बिन कौन करे। गरीब नवाज मैया मेरा, गरीब नवाज मैया। ਜਾਣ ਬੁੱਝ ਕੇ ਸਾਧ ਸੰਗਤ ਆਮ ਲੋਕਾਂ ਦੇ ਵਿੱਚ ਭੁਲੇਖੇ ਪਾਏ ਜਾ ਰਹੇ। ਅੱਜ ਦਾ ਸਮਾਂ ਇਹੋ ਜਿਹਾ ਬਣਿਆ, ਸਿੱਖ ਜਾਗਿਆ ਤੇ ਜਦੋਂ ਜਦੋਂ ਸਿੱਖ ਜਾਗਦਾ ਨਾ, ਤਦੋਂ ਤਦੋਂ ਬਾਣੀ ਦੇ ਨੇੜੇ ਆਉਂਦਾ ਤੇ ਬਾਣੇ ਦੇ ਨੇੜੇ ਆਉਂਦਾ।
सिखां दे विच भुलेखे पैदा करन वास्ते इहो जिहियां चालां साध संगत हमेशा खेडियां जांदियां रहिंदियां ने। ग्रंथी सिंह दी बहुत वड्डी ड्यूटी बनदी है। अज गुरुद्वारे बहुत सोहणे पिंडां विच बने, बहुत सोहणे नगरां दे विच गुरुद्वारे, एक एक नगर विच साडे इलाके च 3-3 गुरुद्वारे भी बने हैं। पर रौला की है? रौला इन्ना ही है, ग्रंथी नूं कहणगे नितनेम करी भावें ना करी, पर साडियां मੱਝਾਂ ਦੀਆਂ खुरनियां विच हथ जरूर फेर देवी। गुरुद्वारा साहिब दा फर्श धोवी भावें ना धोवी, पर साडे बाथरूम दे नूं जरूर साफ करने पैणे। ਜਿਹੜੇ ਵਜ਼ੀਰ ਸਨ ਨਾ, ਵਜ਼ੀਰ ग्रंथी सिंह नूं की आख्या जांदा सी? वजीर, गुरु का वजीर। ਉਹ ਵਜ਼ੀਰਾਂ ਨੂੰ ਸਾਧ ਸੰਗਤ नौकर बना लिया, बहुते अपने आप बन गए। जे एक एक पिंड दे विचों गुरमत दा प्रचार, ये बाणी ते ओहो ही है। असीं साध संगत 200 किलोमीटर तो चल के सुनाउण आए हां, बाणी ओहो ही है। जे ग्रंथी सिंह आ साडे नाल साध संगत पिछले बन्ने बैठा है, ग्रंथी सिंह एक नगर विच पहलां जथे च सेवा करदा रहा ते बड़ा इन्हें उद्यम उपराला करके इन्हां दे पिंड शेरपुर दे नेड़े है, थाना शेरपुर ਉਹਦੇ नेड़े है पिंड, ते साध संगत उस पिंड दे विच अज एक भी प्रेमियां दा घर नहीं रहा है। चंगे ग्रंथी ਜਿਹੜੇ ਨਗਰਾਂ ਦੇ ਵਿੱਚ ਮਿਲ ਗਏ, ਚੰਗੇ ਗ੍ਰੰਥੀ ਜਿਨ੍ਹਾਂ ਨਗਰਾਂ ਦੇ ਵਿੱਚ ਆ ਗਏ, ਸਾਧ ਸੰਗਤ ਉਹਨਾਂ ਨੇ ਕੀ ਕੀਤਾ? ਹਰ ਇੱਕ ਮਹੀਨੇ 20-20, 30-30, 40-40 ਜਣਿਆਂ ਨੂੰ ਅੰਮ੍ਰਿਤ ਛਕਣ ਵਾਸਤੇ ਤਿਆਰ ਕਰ ਲੈਂਦੇ। ਦੂਜੇ ਪਾਸੇ ਐਸੇ ਵੀ ਮਿਲ ਗਏ, ਸਾਧ ਸੰਗਤ ਦੂਜਿਆਂ ਨੂੰ ਆਪਸ ਦੇ ਵਿੱਚ ਲੜਾ ਕੇ ਰੱਖਣਾ। 14 ਗੁਣ ਦੱਸੇ ਆ ਵਿਦਵਾਨਾਂ ਨੇ ਗ੍ਰੰਥੀ ਸਿੰਘਾਂ ਦੇ, 14 ਗੁਣ। ਹੁਣ ਵਿਚਾਰ ਕਰਨ ਦਾ ਸਮਾਂ नहीं। 5 साध संगत करतब गुरुद्वारे दसे है। गुरुद्वारा जिथे आत्मक प्यासियां वास्ते शब्द दे नाल, कीर्तन दे नाल उन्हां दी प्यास बुझावे, भुखियां वास्ते साध संगत प्रसादा मिले, लोड़वंदां नूं वस्त्र मिले, साध संगत लोड़वंदां नूं दवाई मिले। कीरतपुर साहिब महाराज ने दवाखाना बनाया हुआ सी, गुरु हरराज साहिब महाराज 7वें पातशाह। दारा शिको नूं ऐसी एक रोग लग्या, बीमारी। साध संगत जिहड़ा वैदां ने नुस्खा दसिया ना, जिहड़ियां चीजां दसियां, वो किसे हिंदुस्तान दे किसे दवाखाने विचों ना मिलियां। कीरतपुर साहिब साध संगत गुरु हरराज साहिब महाराज दे दवाखाने दे विचों चीजां मिलियां। उन्हां दे नाल दारा शिको दा रोग दूर होया सी। बीमारां वास्ते गुरुद्वारियों दवाई मिले, अनपढ़ां गुरुद्वारे नूं पढ़ाई मिले, लोड़वंदां नूं प्रसादा मिले, साध संगत आत्मक प्यासियां नूं शब्द मिले, रूहानियत दी बात मिले, मन किवें टिकदा है साध संगत दा पता लगे। ते जदों किते सिੱਖੀ ते हमला होवे ना, जदों कदे सिੱਖੀ ते हमला होवे ते कहंदे ने गुरुद्वारा दुर्ग दा रूप धारण कर जाए। दुर्ग कहंदे ने किले नूं सचेत करे, दसे अज अपने ते आ हमला हो रहा है, इहदा जवाब इस तरह देना है। अज अपने ते आ वार हो रहा है, इहदा जवाब आपां इस तरीके देना है। बहुते पिंडां दे असीं जाणदे हां साध संगत जिथे ग्रंथी भी शराब पींदे है। असर जीवन का पैंदा, असर गल्लां दा नहीं पैंदा। कल बगले ते हंस की गल कीती सी, दरख्त बड़े सोहणे हुंदे है, चंदन 52 उंगलां दा हुंदा, 52 चंदन नूं 52 आख्या गया। 52 उंगलां दा हुंदा है, ਉਹਦਾ असर क्यों पै जांदा? क्योंकि ਉਹਦੇ ਵਿੱਚੋਂ साध संगत सुगंधी है। असर जीवन दे पैंदे है। ਜਿਹੜੇ जीवन तो हीने लोग ने जिन्ना मर्जी बोली जान, साध संगत उन्हां दा बहुता असर नहीं पिया करदा। जिन्हां दे अपने जीवन ने ना, उन्हां दे असर पैंदे है। ते अज मेरी साध संगत जीवन दी है। बड़ा सोहना आखिया बाणी ने, बहुत सोहना बाणी कहती गल्लां
करन कनेरियां खसम न पाए सार। गुरु अंगद देव महाराज का शब्द है ना, गुरु अंगद देव महाराज कहते चाकर लागे चाकर, नाले चा दे नाल कहंदा मैं सेवा करनी चा कर। चाकर लागे चाकरी, नाले गार विवाद नाल मैनू छड्डी नाले हंकार नहीं छड्डिया। चाकर लागे चाकरी, नाले गार विवाद गल्लां करे कनेरियां, गल्लां मोदियां ने उहदे कोल। खसम ना पाए साध, आप गवाए आप गवाए सेवा करे, ਤਾਂ ਕਿਛ ਪਾਵੇ ਮਾਨ। असर जीवन का पैंदा, गल्लां दा असर नहीं पैंदा, असर जिंदगी का पैंदा है। जीवनों मैं जीवन पाया बाणी कहंदी है। बहुत ऐसे लोग सिख धर्म दे विच आए जिन्हां दे पहले जीवन देखिए तो बाद वाले जीवन देखिए, उन्हां दे विचों एक सी भाई मंझ, मां सी भाई तीरथा, चौधरी सी पिंड दा कंगलाई नगर है हुशियारपुर दे नेड़े, गढ़दीवाल दे नेड़े। साडे उस इलाके दे विच भी भाई दीवान लगदे रहिंदे। अक्तूबर दे विच दीवान ने साडे भाई मंझ दे नगर दे नेड़े। सखी सरवर नूं पूजदा सी। आ साउंड विसलां तुहाडा क्यों मारी जांदा, एडी दूरों लैके आउंदे आ तुहानूं इसे वास्ते लिआईदा। कल भी संगत दे विचों शिकायत सी कि पिछ समझ नहीं आ रही। एडे एडे स्पीकर लाए इस वास्ते लाए है कि सारी संगत नूं समझ आ सके। ते जे आ कुछ तुसीं करना ते अपना अज दीवान तो बाद लैके जाओ, कल नूं होरों कोई होर ला लैणगे। साध संगत आओ किथे जांदा सी, घर दे विच ना वड्डा सारा पीरखाना बनाया है, वड्डी सारी समाध बनाई घर दे विच, वड्डी सारी मड़ी बनाई है, ते वड्डा सारा कपड़ा